ਮੇਰੀ ਸੱਸ ਮੈਨੂੰ ਰੋਜ਼ ਰਾਤ ਨੂੰ ਦੁੱਧ ਪਿਲਾਉਂਦੀ ਸੀ। ਮੈਨੂੰ ਬਹੁਤ ਪਿਆਰ ਵੀ ਕਰਦੀ ਸੀ। ਉਹ ਮੈਨੂੰ ਕਹਿੰਦੀ ਕਿ ਤੂੰ ਮੇਰੀ ਨੂੰਹ ਨਹੀਂ, ਧੀ ਹੈ। ਪਰ ਇੱਕ ਦਿਨ ਮੈਂ ਦੁੱਧ ਪੀਣ ਤੋਂ ਮਨਾ ਕਰ ਦਿੱਤਾ ਤਾਂ ਮੇਰੀ ਸੱਸ ਤੇ ਮੇਰੇ ਪਤੀ ਨੇ ਮੈਨੂੰ ਬਹੁਤ ਮਾਰਿਆ ਤੇ ਮੈਨੂੰ ਘਰੋਂ ਕੱਢ ਦਿੱਤਾ। ਜਦੋਂ ਮੈਂ ਆਪਣੇ ਪੇਕੇ ਪਹੁੰਚੀ ਤਾਂ ਮੈਂ ਆਪਣੇ ਘਰਦਿਆਂ ਨੂੰ ਪੂਰੀ ਗੱਲ ਦੱਸੀ ਤਾਂ ਮੇਰੇ ਪਾਪਾ ਨੂੰ ਬਹੁਤ ਗੁੱਸਾ ਆ ਗਿਆ। ਉਹਨਾਂ ਨੇ ਕਿਹਾ, ਮੈਂ ਤੇਰੀ ਸੱਸ ਤੇ ਪਤੀ ਨੂੰ ਨਹੀਂ ਛੱਡਾਂਗਾ, ਉਹਨਾਂ ਨੂੰ ਇਸ ਦੀ ਸਜ਼ਾ ਜ਼ਰੂਰ ਮਿਲੇਗੀ। ਜਦੋਂ ਮੇਰੇ ਪਾਪਾ ਮੈਨੂੰ ਲੈ ਕੇ ਮੇਰੇ ਸਸੁਰਾਲ ਪਹੁੰਚੇ ਤਾਂ ਮੇਰੀ ਸੱਸ ਨੂੰ ਦੇਖਦੇ ਹੀ ਉਹਨਾਂ ਨੂੰ ਕੁਝ ਕਹਿਣ ਦੀ ਬਜਾਏ ਉਹਨਾਂ ਅੱਗੇ ਹੱਥ ਜੋੜ ਕੇ ਮਾफ़ੀ ਮੰਗਣ ਲੱਗੇ। ਇਹ ਦੇਖ ਕੇ ਮੇਰਾ ਸਿਰ ਚਕਰਾ ਗਿਆ। ਮੇਰਾ ਨਾਮ ਕਵਿਤਾ ਹੈ। ਹਰ ਰੋਜ਼ ਦੀ ਤਰ੍ਹਾਂ ਮੇਰੀ ਸੱਸ ਅੱਜ ਵੀ ਮੇਰੇ ਲਈ ਦੁੱਧ ਲੈ ਕੇ ਆਈ ਤੇ ਉਹ ਦੁੱਧ ਪੀ ਕੇ ਮੈਨੂੰ ਗੂੜੀ ਨੀਂਦ ਆ ਜਾਂਦੀ ਸੀ। ਮੈਨੂੰ ਇੰਜ ਲੱਗਦਾ ਜਿਵੇਂ ਉਹ ਮੇਰੇ ਦੁੱਧ ਵਿੱਚ ਕੁਝ ਮਿਲਾਉਂਦੀ ਹੋਵੇ, ਪਰ ਉਹ ਹਮੇਸ਼ਾ ਕਹਿੰਦੀ ਕਿ ਤੂੰ ਮੇਰੀ ਨੂੰਹ ਨਹੀਂ, ਧੀ ਹੈ। ਇਸ ਲਈ ਉਹਨਾਂ ਦਾ ਪਿਆਰ ਦੇਖ ਕੇ ਮੈਂ ਉਹਨਾਂ ਬਾਰੇ ਚਾਹ ਕੇ ਵੀ ਗਲਤ ਨਾ ਸੋਚ ਪਾਉਂਦੀ। ਮੈਂ ਸਵੇਰੇ 6 ਵਜੇ ਉੱਠੀ ਤਾਂ ਦੇਖਿਆ ਕਿ ਮੇਰੀ ਸੱਸ ਪੂਜਾ ਪਾਠ ਕਰ ਰਹੀ ਸੀ। ਮੈਂ ਵੀ ਆਪਣੇ ਕੰਮ ਵਿੱਚ ਲੱਗ ਗਈ। ਮੇਰੀ ਸੱਸ ਦਾ ਵਿਵਹਾਰ ਮੇਰੇ ਪ੍ਰਤੀ ਬਹੁਤ ਚੰਗਾ ਸੀ। ਮੇਰੇ ਪਤੀ ਡਾਕਟਰ ਸਨ, ਉਹ ਅੱਜ ਕੱਲ੍ਹ ਰਾਤ ਦੀ ਡਿਊਟੀ 'ਤੇ ਸਨ। ਮੈਂ ਆਪਣੇ ਸਸੁਰਾਲ ਵਿੱਚ ਬਹੁਤ ਖੁਸ਼ ਸੀ। ਮੇਰੀ ਸੱਸ ਤੇ ਮੇਰਾ ਪਤੀ ਮੈਨੂੰ ਬਹੁਤ ਪਿਆਰ ਕਰਦੇ ਸਨ। ਮੇਰੇ ਸਸੁਰਾਲ ਵਿੱਚ ਮੇਰੇ ਪੇਕਿਆਂ ਦੀ ਤਰ੍ਹਾਂ ਕੋਈ ਕਮੀ ਨਹੀਂ ਸੀ। ਮੈਨੂੰ ਮੇਰੇ ਮਾਂ-ਪਿਓ ਨੇ ਬਹੁਤ ਲਾਡਾਂ ਨਾਲ ਪਾਲਿਆ ਸੀ। ਮੇਰੇ ਲਈ ਜਦੋਂ ਅਮਰ ਦਾ ਰਿਸ਼ਤਾ ਆਇਆ ਤਾਂ ਮੇਰੇ ਮਾਂ-ਪਿਓ ਨੂੰ ਮੁੰਡਾ ਬਹੁਤ ਪਸੰਦ ਆ ਗਿਆ। ਇਸ ਲਈ ਉਹਨਾਂ ਨੇ ਹਾਂ ਕਰ ਦਿੱਤੀ। ਪਰ ਉਸ ਸਮੇਂ ਅਮਰ ਦੀ ਮਾਂ ਬਹੁਤ ਬਿਮਾਰ ਹੋਣ ਕਰਕੇ ਹਸਪਤਾਲ ਸੀ, ਜਿਸ ਕਰਕੇ ਉਹ ਚਾਹੁੰਦੇ ਸੀ ਕਿ ਵਿਆਹ ਜਲਦੀ ਅਤੇ ਸਧਾਰਨ ਤਰੀਕੇ ਨਾਲ ਹੋਵੇ। ਪਰ ਮੇਰਾ ਮਾਂ-ਪਿਓ ਮੇਰਾ ਵਿਆਹ ਧੂਮ-ਧਾਮ ਨਾਲ ਕਰਨਾ ਚਾਹੁੰਦੇ ਸਨ। ਪਰ ਅਮਰ ਕਹਿਣ ਲੱਗੇ ਕਿ ਰੱਬ ਨਾ ਕਰੇ ਮੇਰੀ ਮਾਂ ਨੂੰ ਕੁਝ ਹੋ ਜਾਵੇ, ਉਹ ਤਾਂ ਬਸ ਮੇਰਾ ਘਰ ਵਸਿਆ ਦੇਖਣਾ ਚਾਹੁੰਦੀ ਹੈ। ਇਸ ਲਈ ਮੇਰੇ ਮਾਂ-ਪਿਓ ਨੇ ਹਾਲਾਤ ਨੂੰ ਦੇਖਦੇ ਹੋਏ ਵਿਆਹ ਲਈ ਰਾਜ਼ੀ ਹੋ ਗਏ। ਸਾਡੇ ਵਿਆਹ ਤੋਂ ਬਾਅਦ ਮੇਰੀ ਸੱਸ ਦੀ ਤਬੀਅਤ ਵਿੱਚ ਵੀ ਬਹੁਤ ਸੁਧਾਰ ਆ ਗਿਆ। ਉਹ ਹਰ ਵੇਲੇ ਪੂਜਾ ਪਾਠ ਕਰਦੀ ਰਹਿੰਦੀ। ਉਹ ਇੱਕ ਪੜ੍ਹੀ ਲਿਖੀ ਔਰਤ ਸੀ। ਮੈਂ ਇੱਕ ਦਿਨ ਬੈਠੇ-ਬੈਠੇ ਆਪਣੀ ਸੱਸ ਨੂੰ ਕਿ ਤੁਸੀਂ ਇੰਨੇ ਪੜ੍ਹੇ ਲਿਖੇ ਹੋ, ਪਹਿਲਾਂ ਕਦੇ ਨੌਕਰੀ ਨਹੀਂ ਕੀਤੀ? ਤਾਂ ਮੇਰੀ ਸੱਸ ਕਹਿਣ ਲੱਗੀ ਕਿ ਮੈਂ ਪਹਿਲਾਂ ਇੱਕ ਕੰਪਨੀ ਵਿੱਚ ਕੰਮ ਕਰਦੀ ਸੀ, ਪਰ ਕਿਸੇ ਕਾਰਨ ਕਰਕੇ ਨੌਕਰੀ ਛੱਡਣੀ ਪਈ। ਮੈਂ ਅੱਗੇ ਪੁੱਛਣ ਹੀ ਵਾਲੀ ਸੀ ਕਿ ਮੇਰੇ ਪਤੀ ਆ ਗਏ। ਫਿਰ ਮੈਂ ਉਹਨਾਂ ਲਈ ਚਾਹ ਬਣਾਉਣ ਲੱਗ ਗਈ। ਅੱਜ ਰਾਤ ਨੂੰ ਫਿਰ ਮੇਰੀ ਸੱਸ ਮੇਰੇ ਲਈ ਦੁੱਧ ਲੈ ਕੇ ਆਈ। ਮੈਂ ਕਿਹਾ, ਹਜੇ ਮੇਰਾ ਮਨ ਨਹੀਂ, ਇਸ ਲਈ ਮੈਂ ਰੁੱਕ ਕੇ ਪੀ ਲੈਂਦੀ ਹਾਂ। ਮੇਰੀ ਸੱਸ ਇਹ ਸੁਣ ਕੇ ਕਮਰੇ ਵਿੱਚੋਂ ਚਲੀ ਗਈ। ਮੈਂ ਉਹ ਦੁੱਧ ਨਹੀਂ ਪੀਤਾ, ਪਰ ਮੈਨੂੰ ਅੱਜ ਨੀਂਦ ਨਹੀਂ ਆ ਰਹੀ ਸੀ। ਬਹੁਤ ਕੋਸ਼ਿਸ਼ ਦੇ ਬਾਵਜੂਦ ਵੀ ਨੀਂਦ ਨਹੀਂ ਆਈ। ਮੈਂ ਸੋਚਿਆ ਕਿ ਚਲੋ ਦੁੱਧ ਗਰਮ ਕਰਕੇ ਪੀ ਲੈਂਦੀ ਹਾਂ। ਜਦੋਂ ਮੈਂ ਦੁੱਧ ਗਰਮ ਕਰਨ ਲਈ ਰਸੋਈ ਵਿੱਚ ਗਈ ਤਾਂ ਮੈਨੂੰ ਲੱਗਿਆ ਕਿ ਘਰ ਵਿੱਚ ਕੋਈ ਹੈ। ਮੈਨੂੰ ਕਿਸੇ ਦੀ ਆਵਾਜ਼ ਆ ਰਹੀ ਸੀ। ਮੈਨੂੰ ਲੱਗਿਆ ਕਿ ਕੋਈ ਛੱਤ ਉੱਪਰ ਹੈ। ਮੈਂ ਡਰਦੇ-ਡਰਦੇ ਛੱਤ ਵੱਲ ਗਈ ਤਾਂ ਮੇਰੀ ਸੱਸ ਦੀ ਕਿਸੇ ਨਾਲ ਗੱਲ ਕਰਨ ਦੀ ਆਵਾਜ਼ ਆ ਰਹੀ ਸੀ। ਪਰ ਜਦੋਂ ਤੱਕ ਮੈਂ ਪਹੁੰਚਦੀ ਉੱਥੇ ਕੋਈ ਨਹੀਂ ਸੀ। ਇਸ ਲਈ ਮੈਂ ਚੁੱਪਚਾਪ ਆਪਣੇ ਕਮਰੇ ਵਿੱਚ ਚਲੀ ਗਈ। ਪਰ ਮੇਰਾ ਸ਼ੱਕ ਮੇਰੀ ਸੱਸ 'ਤੇ ਗਹਿਰਾ ਹੁੰਦਾ ਜਾ ਰਿਹਾ ਸੀ। ਅਗਲੇ ਦਿਨ ਮੇਰੀ ਸੱਸ ਮੇਰੇ ਕੋਲ ਆ ਕੇ ਬੈਠ ਗਈ ਤੇ ਪੁੱਛਣ ਲੱਗੀ ਕਿ ਰਾਤ ਦੁੱਧ ਪੀ ਲਿਆ ਸੀ, ਨੀਂਦ ਕਿਵੇਂ ਆਈ? ਮੈਨੂੰ ਲੱਗ ਰਿਹਾ ਸੀ ਕਿ ਕੁਝ ਨਾ ਕੁਝ ਤਾਂ ਗੜਬੜ ਜ਼ਰੂਰ ਹੈ, ਪਰ ਮੈਂ ਆਪਣਾ ਸ਼ੱਕ ਜ਼ਾਹਿਰ ਨਾ ਹੋਣ ਦਿੱਤਾ। ਮੈਂ ਗੱਲਾਂ-ਗੱਲਾਂ ਵਿੱਚ ਆਪਣੀ ਸੱਸ ਨੂੰ ਉਸਦੀ ਨੌਕਰੀ ਛੱਡਣ ਦਾ ਕਾਰਨ ਪੁੱਛਿਆ, ਕਿਉਂਕਿ ਮੈਂ ਆਪਣੀ ਸੱਸ ਬਾਰੇ ਸਭ ਕੁਝ ਜਾਣ ਕੇ ਕਿਸੇ ਨਤੀਜੇ 'ਤੇ ਪਹੁੰਚਣਾ ਚਾਹੁੰਦੀ ਸੀ। ਮੇਰਾ ਸਵਾਲ ਸੁਣ ਕੇ ਮੇਰੀ ਸੱਸ ਦੇ ਚਿਹਰੇ 'ਤੇ ਉਦਾਸੀ ਛਾ ਗਈ। ਉਹ ਗਹਿਰੀ ਸੋਚ ਵਿੱਚ ਡੁੱਬ ਗਈ। ਫਿਰ ਕਹਿਣ ਲੱਗੀ ਕਿ ਵੱਡੇ ਲੋਕ ਆਪਣੇ ਥੱਲੇ ਕੰਮ ਕਰਨ ਵਾਲਿਆਂ ਨੂੰ ਪੈਰ ਦੀ ਜੁੱਤੀ ਸਮਝਦੇ ਹਨ। ਉਹਨਾਂ ਦੀ ਬਿਲਕੁਲ ਵੀ ਇੱਜ਼ਤ ਨਹੀਂ ਕਰਦੇ। ਉਹਨਾਂ ਨੂੰ ਜ਼ਮੀਨ ਦੇ ਕੀੜੇ ਮਕੌੜੇ ਸਮਝਿਆ ਜਾਂਦਾ ਹੈ। ਜਿੱਥੇ ਮੈਂ ਕੰਮ ਕਰਦੀ ਸੀ ਉੱਥੋਂ ਦਾ ਮਾਲਿਕ ਮੈਨੂੰ ਗਲਤ ਨਜ਼ਰ ਨਾਲ ਦੇਖਦਾ ਸੀ। ਇੱਕ ਦਿਨ ਮੈਂ ਬੌਸ ਦੇ ਆਫਿਸ ਵਿੱਚ ਕਿਸੇ ਕੰਮ ਲਈ ਗਈ ਸੀ, ਪਰ ਬੌਸ ਤਾਂ ਕਿਸੇ ਹੋਰ ਹੀ ਮੂਡ ਵਿੱਚ ਸੀ। ਉਸਨੇ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਮੈਂ ਰੌਲਾ ਪਾਇਆ ਤਾਂ ਉਸਨੇ ਮੈਨੂੰ ਹੀ ਸਾਰੇ ਸਟਾਫ ਦੇ ਸਾਹਮਣੇ ਗਲਤ ਸਾਬਿਤ ਕਰ ਦਿੱਤਾ ਤੇ ਮੈਨੂੰ ਨੌਕਰੀ ਵਿੱਚੋਂ ਕੱਢ ਦਿੱਤਾ। ਮੈਂ ਸਭ ਨੂੰ ਸੱਚਾਈ ਦੱਸਣ ਦੀ ਕੋਸ਼ਿਸ਼ ਕੀਤੀ, ਪਰ ਬੌਸ ਦੇ ਸਾਹਮਣੇ ਮੇਰੀ ਕੀ ਔਕਾਤ ਸੀ। ਮੇਰੀ ਕਿਸੇ ਨੇ ਨਾ ਸੁਣੀ। ਮੇਰੀ ਸਭ ਦੇ ਸਾਹਮਣੇ ਬੇਇੱਜ਼ਤੀ ਕਰ ਦਿੱਤੀ ਗਈ। ਆਪਣੀ ਕਹਾਣੀ ਸੁਣਾਉਂਦੇ ਮੇਰੀ ਸੱਸ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ। ਮੈਨੂੰ ਆਪਣੀ ਸੱਸ ਲਈ ਬਹੁਤ ਬੁਰਾ ਲੱਗ ਰਿਹਾ ਸੀ। ਅੱਜ ਰਾਤ ਫਿਰ ਮੇਰੀ ਸੱਸ ਦੁੱਧ ਲੈ ਕੇ ਆਈ, ਪਰ ਮੈਂ ਕਿਹਾ ਕਿ ਮੈਂ ਬਾਅਦ ਵਿੱਚ ਪੀਂਦੀ ਹਾਂ ਤੇ ਸੌਣ ਦਾ ਨਾਟਕ ਕਰਨ ਲੱਗੀ। ਕੁਝ ਸਮੇਂ ਬਾਅਦ ਮੇਰੀ ਸੱਸ ਮੈਨੂੰ ਸੁੱਤਾ ਦੇਖ ਕੇ ਵਾਪਸ ਚਲੀ ਗਈ। ਮੈਂ ਥੋੜ੍ਹੀ ਦੇਰ ਬਾਅਦ ਦੱਬੇ ਪੈਰੀਂ ਕਮਰੇ ਵਿੱਚੋਂ ਬਾਹਰ ਆਈ ਤਾਂ ਮੈਨੂੰ ਛੱਤ ਤੋਂ ਆਵਾਜ਼ ਆ ਰਹੀ ਸੀ। ਮੈਂ ਜਾ ਕੇ ਦੇਖਿਆ ਤਾਂ ਉੱਥੇ ਕੋਈ ਆਦਮੀ ਮੇਰੀ ਸੱਸ ਨਾਲ ਗੱਲਾਂ ਕਰ ਰਿਹਾ ਸੀ। ਉਹ ਮੇਰੀ ਸੱਸ ਨੂੰ ਕਹਿ ਰਿਹਾ ਸੀ ਕਿ ਆਪਣਾ ਧਿਆਨ ਰੱਖਿਆ ਕਰ। ਮੈਂ ਇਹ ਸਭ ਦੇਖ ਕੇ ਹੈਰਾਨ ਸੀ। ਮੇਰੇ ਅੰਦਰ ਇੱਕ ਅਜੀਬ ਕਸ਼ਮਕਸ਼ ਸੀ। ਇੱਕ ਪਾਸੇ ਤਾਂ ਮੇਰੀ ਸੱਸ ਕਹਿ ਰਹੀ ਸੀ ਕਿ ਉਸ ਨਾਲ ਉਸਦੇ ਬੌਸ ਨੇ ਗਲਤ ਕੀਤਾ ਤੇ ਇੱਕ ਪਾਸੇ ਉਹ ਇਸ ਤਰ੍ਹਾਂ ਰਾਤ ਨੂੰ ਕਿਸੇ ਗੈਰ ਮਰਦ ਨੂੰ ਮਿਲ ਰਹੀ ਸੀ। ਮੈਨੂੰ ਆਪਣੀ ਸੱਸ ਦੀ ਕਿਸੇ ਗੱਲ 'ਤੇ ਭਰੋਸਾ ਨਹੀਂ ਹੋ ਰਿਹਾ ਸੀ।
मैं अपने कमरे विचों चली गई तो सोचन लगी कि यह गल अपने पति नूं किवें दसांगी, वो मेरी गल दा भरोसा करनगे भी जां नहीं। एक दो दिन बाद मैं अपने पति नूं कहा कि तुहाडी मां रात नूं छत ते किसी गैर मर्द नूं मिलदी है। मेरी पूरी गल आराम नाल सुनन तो बाद अमर ने मैनूं कहा कि अपना समान पैक कर ले, मेरी मां चरित्रहीन है, मैं तैनूं उस नाल नहीं रख सकदा, तूं अपने शरीफ परिवार नाल रह। वो अपनी मां नूं कहण लग्या कि ये तुहानूं चरित्रहीन कह रही है, पर मैनूं तुहाडे ते पूरा भरोसा है। उसने मेरी एक ना सुनी ते मैनूं मेरे पेकिਆਂ ਦੇ दरवाजे ते छड्ड आया। ਜਦੋਂ मैं घर के अंदर गई, मेरी अजिही हालत देख के घर वाले बहुत परेशान हो गए। मैं उन्होंने सारी गल दसी। मेरे पापा नूं मेरी हालत देख के बहुत गुस्सा आ गया। वो कहण लगे कि मैं उन्होंने सबक सिखा के रहांगा, वो तेरे नाल इस तरह किवें कर सकदे हन। मेरे पापा मैनूं लैके मेरे ससुराल पहुँच गए। असीं घर पहुँचे तो रात के खाने का समा हो चुकिया सी। अमर, मेरी सस ते वो आदमी जिसनूं मैं छत ते देखिया सी, इकट्ठे बैठ के खाना खा रहे सन। सानूं देख के वो उठ के अगे आए। मेरी सस मेरे पापा वाल देख के बहुत खुश हुई, पर पापा दे मूँह ते उदासी सी। मेरे पापा मेरी सस नूं कहण लगे कि तूं इत्थे की कर रही है। मेरे पापा दी आवाज़ विच दर्द सी, पर मेरी सस दीआं नज़रां विच पापा लई नफ़रत दिखाई दे रही सी। फिर मेरे पापा नूं कहण लगी, तैनूं की लग्गिया सी कि तैनूं तेरे पाप दी सज़ा कदे नहीं मिलेगी। रब दे घर देर है हनेर नहीं, पापी नूं अपने पाप दी सज़ा एक दिन ज़रूर मिलदी है। अज तेरी सज़ा का समा है। ये सुन के मेरे पापा कहण लगे कि तूं मेथों बदला लैण लई मेरी बेटी का इस्तेमाल कीता है, अपने बेटे का विआह मेरी बेटी नाल करवाया ताकि मेथों बदला लै सके। ये सब सुन के मैं हैरान रह गई। मैं पुछया कि ये सब की चल रहा है, तो मेरी सस ने दस्सिया कि तेरा प्यो ही मेरा बॉस सी जो मैनूं गलत नज़र नाल देखदा सी। मेरे पापा ने सारा सच दस्सिया ते अपनी गलती भी मान लई। मेरे पापा हाथ जोड़ के माफ़ी मंगण लगे, कहण लगे मेरे कीते दी सज़ा मेरी बेटी नूं ना दिओ। हुण मेरी सस दे चेहरे ते सकून सी। मैं भी अपनी सस ते पति तो माफ़ी मंगी। मैनूं तो उन्होंने माफ़ कर दिता, पर पापा नूं माफ़ करन नूं तैयार नहीं सन। इसलिए पापा वापस चले गए। वो आदमी जो बैठा सी वो मेरा सहुरा सी। मेरे पापा नूं उन्हां बारे पता ना चले, इसलिए मैनूं भी उन्हां बारे नहीं दस्सिया गया। मेरी सस बहुत शरीफ औरत सी। हुण असीं सारे खुशी खुशी इकट्ठे रहिंदे सी, पर मैं भी अपने पापा नूं माफ़ नहीं कर पा रही सी, क्योंकि वो औरतां दी इज्जत करना नहीं जाणदे सन। जो उन्हां मेरी सस नाल कीता वो बहुत गलत सी। ਤਾਂ ਦੋਸਤੋ ਇਹ ਸੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ। ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ। ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।